ਸਤਿ ਸ਼੍ਰੀ ਅਕਾਲ ਦੋਸਤੋ ਜੀ, ਤੁਹਾਡਾ ਆਪਣਾ ਬਲਦੇਵ ਸਿੰਘ ਜੀ। ਅੱਜ ਆਪਾਂ ਡਿਸਕਸ ਕਰਾਂਗੇ ਵੀ ਕਦੇ ਤੁਸੀਂ ਸੁਣਿਆ ਹੈਗਾ ਵੀ ਵੀਜ਼ਾ ਤੁਹਾਡੇ ਕੋਲ ਹੱਥ 'ਚ ਆ ਗਿਆ। ਲਾਈਕ ਦੇਖੋ, ਅੱਜ ਕੱਲ ਬੱਚੇ ਜਿਹੜੇ ਹੈਗੇ ਕਾਫੀ ਟਰਬਲ 'ਚ ਵੀ ਹੈਗੇ ਆ ਵੀ ਯੈਸ ਵੀਜ਼ਾ ਹੱਥ 'ਚ ਹੋਣ ਦੇ ਬਾਵਜੂਦ ਵੀ ਟਰੈਵਲ ਨਹੀਂ ਕਰ ਰਹੇ। ਤੇ ਦੇਖੋ, ਪਾਸਪੋਰਟ ਤੁਹਾਡੇ ਕੋਲ ਹੱਥ 'ਚ ਹੈ, ਵੀਜ਼ਾ ਉਹਦੇ ਉੱਪਰ ਲੱਗਾ ਹੋਇਆ, ਤੁਸੀਂ ਆਪਣੀ ਟਿਕਟ ਵੀ ਕਰਾ ਲਈ, ਤੁਹਾਡੇ ਕੋਲ ਟਰੈਵਲ ਐਗਜ਼ੈਂਪਸ਼ਨ ਲੈਟਰ ਵੀ ਹੈਗੀ ਹੈ। ਸੋ ਇੱਕ ਜਿਹੜਾ ਕੇਸ ਸਾਹਮਣੇ ਆਇਆ ਉਹ ਆਪਾਂ ਡਿਸਕਸ ਕਰ ਰਹੇ ਹਾਂ ਜਸਟ ਫਾਰ ਨੌਲੇਜ। ਕੋਈ ਥ੍ਰੈਟਨਿੰਗ ਜਾਂ ਤੁਹਾਨੂੰ ਕੋਈ ਚਿੰਤਾ ਵਾਲੀ ਗੱਲ ਨਹੀਂ ਹੈਗੀ, ਬਟ ਐਮਬੈਸੀ 'ਚ ਕੀ ਕੁਝ ਚੱਲ ਰਿਹਾ ਹੈਗਾ, ਕੀ ਪੋਸੀਬਲ ਹੈਗਾ ਕੀ ਨਹੀਂ ਹੈਗਾ, ਤਾਂ ਥੋੜਾ ਜਿਹਾ ਆਪਾਂ ਜਾਣਕਾਰੀ ਜ਼ਰੂਰ ਰੱਖਣੀ ਹੈਗੀ ਹੈ। ਅਵੇਅਰ ਰਹਿਣਾ, ਅਵੇਅਰਨੈਸ ਲਈ ਜਾਂ ਤੁਹਾਡੀ ਆਪਾਂ ਸ਼ੇਅਰਿੰਗ ਦੇ ਲਈ ਇਹ ਕੇਸ ਡਿਸਕਸ ਕਰ ਰਹੇ ਹਾਂ। ਸੋ ਕੋਈ ਇਹਦੇ 'ਚ ਚਿੰਤਾ ਵਾਲੀ ਗੱਲ ਨਹੀਂ ਹੈਗੀ, ਬਟ ਜਿਸ ਬੱਚੇ ਨਾਲ ਇਹ ਹੋਈ ਹੈ ਉਹਦੇ ਲਈ ਕਾਫੀ ਪਰੇਸ਼ਾਨੀ ਦੀ ਗੱਲ ਵੀ ਹੈਗੀ ਹੈ। ਐਸਾ ਪੋਸੀਬਲ ਹੈਗਾ। ਸੋ ਕਿਸ ਤਰ੍ਹਾਂ ਪੋਸੀਬਲ ਹੈ, ਆਪਾਂ ਪਹਿਲਾਂ ਕੇਸ ਸੁਣੇ ਹੈਗੇ ਵੀ ਯੈਸ ਵੀ ਇੱਥੋਂ ਬੱਚੇ ਦਿੱਲੀ 에ਅਰਪੋਰਟ ਤੋਂ ਡਿਨਾਈ ਹੋਏ, ਰਾਈਟ। ਕੁਝ ਬੱਚੇ ਦਿੱਲੀ 에ਅਰਪੋਰਟ ਤੋਂ ਨਿਕਲ ਕੇ ਉੱਥੇ ਟੋਰਾਂਟੋ 에ਅਰਪੋਰਟ ਤੇ ਪਹੁੰਚੇ ਹੈਗੇ ਆ, ਦੈਨ ਉੱਥੇ ਸੀਬੀਐਸ ਆਫੀਸਰ ਨੇ ਉੱਥੋਂ ਐਂਟਰੀ ਡਿਨਾਈ ਕੀਤੀ ਹੈ। ਵੈਰੀ ਫਿਊ ਕੇਸਸ, ਰਾਈਟ, ਫਿਊ ਕੇਸਸ ਹੈਗੇ ਆ। ਫਿਰ ਵੀ ਚਲੋ ਆਪਾਂ ਡਿਸਕਸ ਕੀਤੇ ਹੈ ਫॉर ਆਰ ਨੌਲੇਜ ਕਿ ਜਦੋਂ ਵੀ ਆਪਾਂ ਟਰੈਵਲ ਕਰਨਾ ਕੁਝ ਚੀਜ਼ਾਂ ਦਾ ਖਿਆਲ ਰੱਖਣਾ ਹੈਗਾ। ਸੋ ਇੱਕ ਅਜੀਬ ਜਿਹਾ ਕੇਸ ਜਿਹੜਾ ਅੱਜ ਫਿਰ ਸਾਹਮਣੇ ਆਇਆ ਹੈਗਾ, ਜਿਹੜਾ ਬੱਚੇ ਨੇ ਸਾਡੇ ਨਾਲ ਡਿਸਕਸ ਵੀ ਕੀਤਾ, ਸਾਡਾ ਹੀ ਸਬਸਕ੍ਰਾਈਬਰ ਬੱਚਾ ਹੈ, ਉਹਨੇ ਡਿਸਕਸ ਕੀਤਾ ਹੈਗਾ ਐਂਡ ਉਹਦੀ ਪਰਮਿਸ਼ਨ ਨਾਲ ਹੀ ਆਪਾਂ ਕੇਸ ਵੀ ਤੁਹਾਡੇ ਨਾਲ ਡਿਸਕਸ ਕਰ ਰਹੇ ਹੈਗੇ। ਸੋ ਦੈਟ ਕਿ ਜਸਟ ਫॉर ਅਵੇਅਰਨੈਸ। तो ऐसा नहीं है भी ਇਹਦੇ ਨਾਲ ਕੋਈ ਤੁਸੀਂ ਬਹੁਤ ਜ਼ਿਆਦਾ ਪੈਨਿਕ ਹੋ ਜਾਣਾ ਹੈਗਾ ਜਾਂ ਤੁਹਾਡਾ ਕੋਈ ਬਹੁਤ ਚਿੰਤਾ ਦਾ ਵਿਸ਼ਾ ਹੋ ਜਾਏਗਾ। ਬਟ ਯੈਸ these things are possible in ਕੈਨੇਡੀਅਨ ਐਮਬੈਸੀ। ਸੋ ਕੈਨੇਡੀਅਨ ਐਮਬੈਸੀ ਕੀ ਕਰ ਰਹੀ ਹੈ ਵੀ ਡੋਂਟ ਨੋ, ਉਹਦੇ ਅੱਗੇ ਆਪਾਂ ਸਾਰੇ ਕੇਸ ਡਿਸਕਸ ਕਰਦੇ ਹੈਗੇ ਆ। ਸੋ ਉਹਦੇ 'ਚ ਕੀ ਹੈਗਾ, ਯੈਸ ਬੱਚਾ ਇੱਥੋਂ ਗਿਆ ਹੈ, ਉਹਦਾ ਪਾਸਪੋਰਟ ਤੇ ਵੀਜ਼ਾ ਲੱਗਿਆ ਹੋਇਆ ਹੈ, ਐਲਓਏ ਹੈ, ਸਾਰਾ ਕੁਝ ਇਨ ਆਰਡਰ ਹੈ, ਟਰੈਵਲ ਐਗਜ਼ੈਂਪਸ਼ਨ ਲੈਟਰ ਵੀ ਹੈਗੀ ਹੈ, टिकट भी हो गई है, एयरपोर्ट अथॉरिटीज़ ने सारी टिकट भी ਉਹਦੀ ਕਰਤੀ ਹੈਗੀ ਜਿਹੜੀ ਵੀ 에ਅਰਲਾਈਨ ਹੈਗੀ ਹੈ। 에ਅਰਪੋਰਟ ਐਂਟਰੀ ਤੋਂ ਬਾਅਦ ਉਸ ਟਾਈਮ ਇੱਕ ਸ਼ੌਕਿੰਗ ਨਿਊਜ਼ ਬੱਚੇ ਨੂੰ ਮਿਲਦੀ ਹੈ ਕਿ ਤੁਹਾਡਾ ਵੀਜ਼ਾ ਜਿਹੜਾ ਹੈ ਰਿਵੋਕ ਕਰ ਲਿਆ ਗਿਆ। ਸੋ ਸਮਝ ਰਹੇ ਹੋ, ਵੀਜ਼ਾ ਰਿਵੋਕ ਕਰ ਲਿਆ, ਵੀਜ਼ਾ ਨੂੰ ਵਿਦ ਹੋਲਡ ਕਰ ਲਿਆ ਗਿਆ। ਸੋ ਸਾਰੇ ਕੀ ਸੀਨ ਰਿਹਾ ਹੈਗਾ, ਬੱਚੇ ਨਾਲ ਆਪਾਂ ਗੱਲਬਾਤ ਵੀ ਕਰਾਂਗੇ। ਬਟ ਇਹ ਬਹੁਤ ਹੀ ਸ਼ੌਕਿੰਗ ਲੱਗਦਾ ਹੈ ਜੋ ਤੁਸੀਂ ਬਹੁਤ ਖੁਸ਼ ਹੋ ਕੇ ਸਾਰਾ ਕੁਝ ਪੈਕ ਕਰਕੇ ਮੈਂ ਵੀ ਯੈਸ ਆਪਣੀ ਡ੍ਰੀਮ ਡੈਸਟੀਨੇਸ਼ਨ ਦੇ ਡ੍ਰੀਮ ਕਾਲਜ ਵਿੱਚ ਪੜ੍ਹਾਈ ਦੇ ਲਈ ਜਾ ਰਹੇ ਹਾਂ ਐਂਡ ਐਂਡ ਮੂਵਮੈਂਟ ਤੇ ਆ ਕੇ ਜਦੋਂ ਤੁਸੀਂ ट्रैवल करनी या बोर्डिंग करनी है उस टाइम जी है एयरलाइन जी ਤੁਹਾਨੂੰ इन्फॉर्म कर रही है, इमीग्रेशन नहीं इन्फॉर्म कर रही, इमीग्रेशन एयरलाइन इन्फॉर्म कर रही है दिस हर वीजा हैज बीन रिवोक्ड, राइट। ਜਿਹੜਾ ਕਿ ਬਹੁਤ ਹੀ ਸ਼ੌਕਿੰਗ ਹੈਗਾ। ਆਲਦੋ ਬੱਚੇ ਨੂੰ ਪੂਰੀ ਤਰ੍ਹਾਂ ਡਿਟੇਲ ਜਾਣਕਾਰੀ ਵੀ ਨਹੀਂ ਦਿੱਤੀ ਗਈ ਵੀ ਇਹ ਕਿਹੜਾ ਹੈ ਜਾਂ ਕੋਈ ਰਾਈਟਿੰਗ ਲੈਟਰ 'ਚ ਵੀ ਨਹੀਂ ਦਿੱਤਾ ਗਿਆ। ਸੋ ਨਾਓ ਹੀ ਔਰ ਸ਼ੀ ਇਜ਼ ਟਰਾਈਂਗ ਕਿ ਯੈਸ ਇਹ ਕਿਸ ਤਰ੍ਹਾਂ ਦੇ ਰੂਟ ਕਾਜ਼ ਲੱਭੇ ਜਾਏ ਵੀ ਕਿਸ ਤਰ੍ਹਾਂ ਹੋਇਆ, ਉਹਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਹੈਲਪ ਵੀ ਕੀਤੀ ਹੈ। ਪਹਿਲਾਂ ਆਪਾਂ ਦੇਖਦੇ ਹਾਂ ਵੀ ਬੱਚੇ ਨਾਲ ਜੋ ਡਿਸਕਸ ਹੋਇਆ ਤੁਹਾਡਾ, ਸੋ ਦੈਟ ਕਿ ਆਪਾਂ ਇੱਕ ਇੱਕ ਚੀਜ਼ ਜਿਹੜੀ ਸਮਝ ਪਾਈਏ ਵੀ ਯਾਰ ਕਿੱਥੋਂ ਰਿਵੋਕ ਹੋਇਆ, ਕਿਵੇਂ ਰਿਵੋਕ ਹੋਇਆ ਐਂਡ ਲਾਸਟ ਮੂਮੈਂਟ ਤੇ ਉਹਨਾਂ ਨੂੰ ਇਹ ਸ਼ੌਕਿੰਗ ਨਿਊਜ਼ ਜਿਹੜੀ ਹੈ ਕਿਸ ਤਰ੍ਹਾਂ ਮਿਲੀ। ਇਹ ਸਾਰੀ ਆਪਾਂ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦੈਨ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ। हेलो, Yes, ma'am. गुड मॉर्निंग सर। Good morning. ਸਰ ਮੈਂ ਇੱਕ ਕਮੈਂਟ ਲੀਵ ਕੀਤਾ ਸੀਗਾ, ਵਟ ਇਜ਼ ਦੀ ਰੀਜ਼ਨ ਫॉर ਵੀਜ਼ਾ ਰਿਵੋਕੇਸ਼ਨ, ਤੇ ਉਸ ਤੇ ਮੈਂ ਮੇਲ ਪਾਈ ਸੀ ਬਟ ਉਹਦਾ ਐਡਰੈਸ ਸਹੀ ਨਹੀਂ ਸੀਗਾ। ਤੇ ਸਰ ਹੁਣ ਮੈਂ ਇਨਫੋਰਮੇਸ਼ਨ ਲੈਣੀ ਸੀਗੀ ਵੀਜ਼ਾ ਐਕਚੁਅਲੀ। ਰਿਵੋਕ ਕੀ ਹੋਇਆ ਤੁਹਾਡਾ, ਕਿਵੇਂ ਹੋਇਆ? ਹਾਂਜੀ, ਉਹੀ ਮੈਂ ਦੱਸ ਰਹੀ ਹਾਂ। ਮੇਰੀ ਫਲਾਈਟ ਸੀਗੀ ਸਰ 2 ਸਤੰਬਰ ਨੂੰ, ਤੇ ਉਹ ਡਿਲੇ ਹੋ ਗਈ। ਉਹ ਹੋ ਗਈ ਸਵੇਰ 3 ਸਤੰਬਰ ਨੂੰ 9:50 AM ਤੇ ਮੇਰੀ ਫਲਾਈਟ ਸੀਗੀ 2 ਸਤੰਬਰ ਨੂੰ 11 ਵਜੇ ਰਾਤ ਦੇ। ਮੈਂ ਐਂਟਰ ਕਰਨਾ ਸੀਗਾ ਰਾਤ ਦੇ 8 ਵਜੇ, ਮਤਲਬ 2-3 ਘੰਟੇ ਪਹਿਲਾਂ। ਜਦੋਂ ਮੈਂ ਦਿੱਲੀ ਪਹੁੰਚੀ, ਦਿੱਲੀ ਮਤਲਬ 에ਅਰਪੋਰਟ ਤੋਂ ਮੈਂ 20 ਮਿੰਟਸ ਪਿੱਛੇ ਸੀਗੀ, ਤਾਂ ਮੈਨੂੰ ਮੇਰੇ ਏਜੰਟ ਦੀ ਕਾਲ ਆ ਗਈ ਵੀ ਤੁਹਾਡਾ ਵੀਜ਼ਾ ਰਿਵੋਕ ਹੋ ਚੁੱਕਿਆ। ਤੇ ਮੈਂ ਕਿਹਾ ਵੀ ਸਰ ਮੈਂ ਤਾਂ ਬਿਲਕੁਲ ਨਹੀਂ ਯਾਰ। ਮੈਂ ਕਿਹਾ ਵੀ ਇਹ ਕੀ ਰੀਜ਼ਨ ਆ, ਵੀ ਜਾਂ ਤਾਂ ਤੁਸੀਂ ਮੈਨੂੰ ਪਹਿਲਾਂ ਦੱਸ ਦਿਓ। ਉਹ ਕਹਿੰਦੇ ਐਕਚੁਅਲੀ ਆਪਾਂ ਨੂੰ ਐਮਬੈਸੀ ਵੱਲੋਂ ਕੋਈ ਮੇਲ ਨਹੀਂ ਆਏਗੀ, 에ਅਰਲਾਈਨਸ ਵਾਲੇ। ਸਰ 에ਅਰਲਾਈਨ ਮੇਰੀ ਸਪਾਈਸ ਜੈਟ ਸੀ। ਉਹ ਕਹਿੰਦੇ 에ਅਰਲਾਈਨਸ ਵੱਲੋਂ ਮੈਨੂੰ ਮੇਲ ਆਈ ਆ ਵੀ ਤੁਹਾਡੇ ਸਟੂਡੈਂਟ ਨੂੰ ਬੋਰਡ ਨਹੀਂ ਕਰਨ ਦਿੱਤਾ ਜਾਊਗਾ। ਤੇ ਫਿਰ ਮੈਨੂੰ ਦਿੱਲੀ ਇਮੀਗ੍ਰੇਸ਼ਨ ਤੋਂ 2 ਮੇਲਸ ਆ ਗਈਆਂ ਬਿਕੋਜ਼ ਇਹ ਮੇਰੇ ਏਜੰਟ ਨੇ ਨਾਲ ਦੀ ਨਾਲ ਉਹਨਾਂ ਨੂੰ ਮੇਲ ਪਾਈ ਵੀ ਸਾਡੇ ਕੋਲ ਸਾਰਾ ਕੁਝ ਸਹੀ ਹੈ, ਲਾਈਕ ਅਪਰੂਵਲ ਲੈਟਰ, ਫੀਸ ਰਿਸਿਪਟ, ਵੀਜ਼ਾ ਸਟੈਂਪ ਤੇ GIC ਸਰਟੀਫਿਕੇਟ, ਫੀਸ, ਸਭ ਕੁਝ ਉਹਨਾਂ ਨੂੰ ਭੇਜਤਾ। ਤੇ ਫਿਰ ਉਹਨਾਂ ਦਾ ਅਰਜੈਂਟ ਰਿਪਲਾਈ ਆਇਆ ਵੀ ਜੇ ਤੁਹਾਡੇ ਕੋਲ ਕੋਈ ਐਡੀਸ਼ਨਲ ਇਨਫੋਰਮੇਸ਼ਨ ਹੈਗੀ ਆ ਤਾਂ ਉਹ ਸਾਨੂੰ ਦਿਓ ਤੇ ਅਸੀਂ ਤੁਹਾਨੂੰ ਵਿਦਿਨ 30 ਡੇਜ਼ ਦੇ ਵਿੱਚ ਰਿਪਲਾਈ ਕਰਾਂਗੇ।
ਓਕੇ ਤੇ ਸਰ ਉਸ ਤੋਂ ਬਾਅਦ ਵੀ ਮੈਂ ਐਂਟਰ ਤਾਂ ਕਰ ਗਈ 에ਅਰਪੋਰਟ ਦੇ ਵਿੱਚ ਵੀ ਲਾਈਕ ਮੈਨੂੰ ਸੀਗਾ ਵੀ ਹੋ ਸਕਦਾ ਵੀ ਐਟ ਅ ਟਾਈਮ ਤੇ ਕੋਈ ਸੋਲੂਸ਼ਨ ਹੋ ਜੇ ਹੂੰ ਬਿਕੋਜ਼ ਐਟ ਅ ਟਾਈਮ ਤੇ ਸੀਗਾ ਸਰ ਲਾਈਕ 20 ਮਿੰਟ ਦੇ ਅੰਦਰ ਅੰਦਰ ਸਭ ਕੁਝ ਹੋਇਆ ਸੀਗਾ ਤੇ ਹੂੰ ਬਟ ਮੈਂ 에ਅਰਲਾਈਨਸ ਵਾਲਿਆਂ ਨਾਲ ਗੱਲ ਕੀਤੀ ਕਿਉਂਕਿ ਸਰ ਮੇਰੇ ਨਾ ਤਾਂ ਮੇਰੇ ਕੋਲ ਕੋਈ ਪ੍ਰੂਫ ਸੀਗਾ ਵੀ ਮੇਰਾ ਵੀਜ਼ਾ ਰਿਵੋਕ ਹੋਇਆ ਰਾਈਟ ਹਾਂਜੀ ਸਰ ਤੇ ਨਾ ਹੀ ਸੀਗਾ ਮੇਰੇ ਕੋਲ ਏਜੰਟ ਕੋਲ ਓਕੇ ਤੇ ਫਿਰ ਸਰ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਵੀ ਤੁਸੀਂ ਮੈਨੂੰ ਕੋਈ ਸੋਲੂਸ਼ਨ ਦੇ ਦਿਓ ਵੀ ਇਹਦਾ ਕੀ ਸੋਲੂਸ਼ਨ ਹੋ ਸਕਦਾ ਸਰ ਬਟ ਪਹਿਲਾਂ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦੇ ਤੁਸੀਂ ਆਪਦੇ ਏਜੰਟ ਨਾਲ ਗੱਲ ਕਰੋ ਓਕੇ ਸਰ ਫਿਰ ਮੈਨੂੰ ਜਦੋਂ ਮਤਲਬ ਮੈਂ ਇੱਕ ਵੀ ਟੈਂਸ ਸਿਚੁਏਸ਼ਨ ਦੇ ਵਿੱਚ ਸੀਗੀ ਵੀ ਲਾਈਕ ਵੀ ਮੇਰੇ ਕੋਲ ਸਭ ਕੁਝ A to Z ਐਫੀਡੈਵਿਟ ਵਗੈਰਾ ਮਤਲਬ ਮੈਂ ਆਪਦੇ ਵੱਲੋਂ ਪੂਰੀ ਰੈਡੀ ਹੋ ਕੇ ਗਈ ਸੀਗੀ ਵੀ ਸਾਰੇ ਪ੍ਰੂਫ A to Z ਸੀਗੇ ਬਟ ਮੈਂ ਕਿਹਾ ਵੀ ਮੈਂ ਇੱਕ ਟੈਂਸ ਸਿਚੁਏਸ਼ਨ ਦੇ ਵਿੱਚ ਆ ਕੋਈ ਹੈਲਪ ਤਾਂ ਕਰੋ ਈਵਨ ਤੁਸੀਂ ਪ੍ਰੂਫ ਵੀ ਨਹੀਂ ਦੇ ਰਹੇ ਵੀ ਮੈਂ ਕਿੱਥੋਂ ਪੁੱਛਾਂ ਵੀ ਮੇਰਾ ਵੀਜ਼ਾ ਕਿਉਂ ਰਿਵੋਕ ਕੀਤਾ ਗਿਆ ਦੈਨ ਫਿਰ ਉਹਨਾਂ ਨੇ ਸਰ ਮੈਨੂੰ ਜਿਹੜੇ ਸੁਪਰਵਾਈਜ਼ਰ ਸੀਗੇ 에ਅਰਲਾਈਨ ਦੇ ਦੈਨ ਉਹਨਾਂ ਨੇ ਸਰ ਮੈਨੂੰ ਇੱਕ ਮੇਲ ਦਿਖਾਈ ਉਹਦੇ ਵਿੱਚ ਸਿਰਫ ਇੱਕ ਲਾਈਨ ਦੀ ਮੇਲ ਸੀਗੀ ਹਰ ਵੀਜ਼ਾ ਇਜ਼ ਰਿਵੋਕਡ ਬਿਕੋਜ਼ ਸ਼ੀ ਨੀਡਡ ਮੋਰ ਡਾਕੂਮੈਂਟਸ ਤੇ ਸਰ ਮੇਰੀ ਟਿਕਟ ਪਾਈ ਹੋਈ ਸੀਗੀ ਤੇ ਸਰ ਮੇਰਾ ਵੀਜ਼ਾ ਆਏ ਨੂੰ 9 ਮੰਥਸ ਹੋ ਚੁੱਕੇ ਆ 3 ਜਨਵਰੀ ਨੂੰ ਮੇਰਾ ਵੀਜ਼ਾ ਆਇਆ ਹੋਇਆ ਸੀਗਾ ਬਟ ਹੁਣ ਮੇਰੇ ਨਾਲ ਇਹ ਐ ਹੋਇਆ ਐਟ ਅ ਟਾਈਮ ਤੇ ਵੀ ਜਦੋਂ ਮੈਂ ਬੋਰਡ ਕਰਨਾ ਸੀਗਾ ਓਕੇ ਤੁਹਾਡਾ ਵੀਜ਼ਾ ਜਿਹੜਾ ਹੈ ਪਾਸਪੋਰਟ ਤੇ ਸਟੈਂਪ ਹੈ ਰਾਈਟ ਹਾਂਜੀ 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 ਸਰ ਔਰ ਕਿਹੜਾ ਕਾਲਜ ਸੀਗਾ ਸਰ ਨਾਰਦਰਨ ਕਾਲਜ ਪਿਓਰਸ ਕੈਂਪਸ ਓਕੇ ਔਰ ਕੋਰਸ ਕਿੰਨੇ ਟਾਈਮ ਦਾ ਸੀ ਤੁਹਾਡਾ ਕੋਰਸ ਸਰ 2 ਇਅਰਸ ਦਾ 2 ਇਅਰ ਦਾ ਕੋਰਸ ਸੀਗਾ ਐਂਡ ਕਿੰਨੇ ਮਹੀਨੇ ਹੋ ਗਏ ਹੁਣ ਤੁਹਾਡਾ ਵੀਜ਼ਾ ਆਏ ਨੂੰ ਕਿਸ ਡੇਟ ਨੂੰ ਆਇਆ ਸੀਗਾ 3 ਜਨਵਰੀ ਨੂੰ ਸਰ 3rd of ਜਨਵਰੀ ਨੂੰ ਵੀਜ਼ਾ ਆਇਆ ਸੀ ਐਂਡ ਸਡਨਲੀ ਜਿਸ ਦਿਨ ਤੁਸੀਂ ਫਲਾਈ ਕਰਨਾ ਚਾਹੁੰਦੇ ਸੀ ਉਸ ਦਿਨ ਤੁਹਾਡੇ ਕੋਲ ਉਹ ਮੇਲ ਆ ਗਈ ਹਾਂਜੀ ਸਰ ਉਸ ਦਿਨ ਆਈ ਯਾਨੀ ਕਿ ਏਜੰਟ ਕੋਲੇ ਆਈ ਏਜੰਟ ਨੇ ਇਮੀਡੀਏਟਲੀ ਤੁਹਾਨੂੰ ਇਨਫੋਰਮ ਕੀਤਾ ਹਾਂਜੀ ਹਾਂਜੀ ਸਰ ਹਾਂਜੀ ਓਕੇ ਉਹਦੇ ਚ ਕੀ ਲਿਖਿਆ ਹੋਇਆ ਵੀ ਯੂ ਨੀਡ ਟੂ ਸਬਮਿਟ ਮੋਰ ਡਾਕੂਮੈਂਟਸ ਰਾਈਟ ਹਾਂਜੀ ਸਰ ਉਹਦੀ ਮਤਲਬ ਉਹ ਏਜੰਟ ਕੋਲ ਵੀ ਐਮਬੈਸੀ ਵੱਲੋਂ ਨਹੀਂ ਆਈ ਸਰ ਉਹ ਵੀ 에ਅਰਲਾਈਨਸ ਵੱਲੋਂ ਹੀ ਆਈ ਹੈ ਉਹ ਵੀ ਜਸਟ ਇਹ ਆਇਆ ਸੀ ਵੀ ਤੁਹਾਡੇ ਸਟੂਡੈਂਟ ਨੂੰ ਬੋਰਡ ਨਹੀਂ ਕਰਨ ਦਿੱਤਾ ਜਾਊਗਾ ਫਲਾਈਟ ਦੇ ਵਿੱਚ ਦੈਟ ਇਜ਼ ਓਕੇ ਉਹ ਤਾਂ ਬੋਰਡ ਨਹੀਂ ਕਰਨ ਦਿੱਤਾ ਜਾਏਗਾ ਡਿਫਰੈਂਟ ਇਸ਼ੂ ਹੈਗਾ ਬਟ ਉਹਦੇ ਨਾਲ ਵੀਜ਼ਾ ਰਿਵੋਕ ਥੋੜਾ ਹੈ ਤੁਹਾਨੂੰ ਵੀਜ਼ਾ ਰਿਵੋਕ ਕਿਹਨੇ ਬੋਰਡ ਯੂਜ਼ ਕੀਤਾ ਹੈ ਸਰ ਮੈਨੂੰ ਵੀਜ਼ਾ ਰਿਵੋਕ 에ਅਰਲਾਈਨਸ ਵਾਲਿਆਂ ਨੇ 에ਅਰਲਾਈਨ ਦੇ ਕੋਲ ਤਾਂ ਅਥਾਰਟੀ ਨਹੀਂ ਹੈ ਕਿ ਵੀ ਵੀਜ਼ਾ ਰਿਵੋਕ ਕਰ ਦੇਗੀ ਉਹ they can just cross check the document अगर document नहीं है तो yes they can ask some additional document भी आप ही दो ਤੁਹਾਡਾ travel exemption letter ਦਿਓ they have no right to touch on your visa ਵੀ yes ਅਸੀਂ ਵੀਜ਼ਾ ਤੁਹਾਡਾ ਰਿਵੋਕ ਕਰਤਾ ਜਾਂ ਕੈਨਸਲ ਕਰਤਾ they are no people ਨਹੀਂ ਸਰ ਉਹ ਕਹਿੰਦੇ ਵੀ ਅਸੀਂ ਨਹੀਂ ਕੀਤਾ ਐਮਬੈਸੀ ਨੇ ਕੀਤਾ ਤੁਹਾਡਾ ਵੀਜ਼ਾ ਰਿਵੋਕ ਤੇ ਸਾਡੇ ਕੋਲ ਹੁਣ ਮੇਲ ਆਈ ਆ ਮੈਂ ਉਹਨਾਂ ਨੇ ਕਿਹਾ ਵੀ ਮੈਂ ਕਿਹਾ ਫਿਰ ਮੈਂ ਕਿਹਨੂੰ ਵੀ ਕੁਐਸਚਨ ਕਰਾਂ ਮੈਂ ਕਿਹਨੂੰ ਮੇਲ ਕਰਾਂ ਦੈਨ ਉਹ ਕਹਿੰਦੇ ਤੁਸੀਂ CBSA ਨਾਲ ਗੱਲ ਕਰੋ ਉਹਨਾਂ ਨੂੰ ਮੇਲ ਪਾਓ ਤੁਸੀਂ CBSA ਨੇ ਜਿਹਨੇ ਵੀ ਕੀਤਾ ਹੈ ਉਹਨੇ ਵੀਜ਼ਾ ਰਿਵੋਕ ਨਹੀਂ ਕੀਤਾ ਹੋਵੇਗਾ ਕਿਉਂਕਿ ਦੇਖੋ ਜਦੋਂ ਬੱਚਾ ਫਲਾਈ ਕਰਦਾ ਨਾ ਉਹ 에ਅਰਲਾਈਨ CBSA ਆਫੀਸਰ ਨੂੰ ਪੁੱਛ ਲੈਂਦੀ ਹੈ ਵੀ ਯੈਸ ਜਾਂ ਉਹ WhatsApp ਤੇ ਡਾਕੂਮੈਂਟ ਭੇਜਦੇ ਆ ਜਾਂ ਉਹ ਮੇਲ ਕਰਦੇ ਆ ਐਂਡ CBSA ਆਫੀਸਰ ਉਹਨਾਂ ਨੂੰ ਕਰਦਾ ਓਕੇ ਕਰਦਾ ਵੀ ਇਹਨੂੰ ਜਾਣ ਦਿਓ ਇਹਨੂੰ ਬੋਰਡ ਕਰ ਸਕਦੇ ਇਹਨੂੰ ਨਹੀਂ ਕਰ ਸਕਦੇ ਬਟ CBSA ਆਫੀਸਰ ਜਿਹੜਾ ਹੈ ਈਵਨ ਕੈਨੇਡਾ ਪਹੁੰਚਣ ਤੋਂ ਬਾਅਦ ਵੀ ਉਹ ਰਿਵੋਕ ਨਹੀਂ ਕਰਦੇ ਵੀਜ਼ਾ ਅੰਟਿਲ ਅਨਲੈਸ ਕੋਈ ਬਹੁਤ ਜ਼ਿਆਦਾ ਕੋਈ ਫਰਾਡੂਲੈਂਟ ਜਾਂ ਕੁਝ ਐਸੀ ਐਕਟੀਵਿਟੀ ਹੋਵੇ ਰਾਈਟ ਤੁਹਾਡੇ ਕੋਲ ਜਿਹੜੀ ਇੱਕ ਤਾਂ ਮੇਲ ਆਈ ਹੈਗੀ ਹੈ ਪਹਿਲਾਂ ਉਹਨੂੰ ਅੱਛੀ ਤਰ੍ਹਾਂ ਪੜ੍ਹੀਏ ਆਪਾਂ ਯੈਸ ਉਹ ਮੇਲ ਕਿੱਥੋਂ ਆਈ ਹੈ ਉਹ CBSA ਆਫੀਸਰ ਤੋਂ ਆਈ ਹੈ ਬਾਰਡਰ ਸਿਕਿਉਰਿਟੀ ਬੋਰਡ ਤੋਂ ਆਈ ਹੈ ਉਸ ਤੋਂ ਆਈ ਹੈ ਜਾਂ ਆਪਣੀ ਇਮੀਗ੍ਰੇਸ਼ਨ ਤੋਂ ਆਈ ਹੈ ਕਿਉਂਕਿ ਆਫਟਰ ਅ ਲੌਂਗ ਟਾਈਮ 9 ਮੰਥ ਤੋਂ ਬਾਅਦ ਆਈ ਡੋਂਟ ਥਿੰਕ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕੋਈ ਬੰਦਾ ਇਸ ਤਰ੍ਹਾਂ ਡਾਕੂਮੈਂਟ ਮੰਗਣਾ ਹੈ ਜਾਂ ਰਿਵੋਕ ਕਰਨਾ ਪੋਸੀਬਲ ਨਹੀਂ ਹੈ ਹਾਂਜੀ ਸਰ ਉਹੀ ਰੀਜ਼ਨ ਤਾਂ ਮੈਨੂੰ ਇੱਕ ਵਾਰੀ ਤਾਂ ਉਦੋਂ ਸਮਝ ਹੀ ਨਹੀਂ ਆਇਆ ਤੇ ਹੁਣ ਸਰ ਫਿਰ ਐਮਬੈਸੀ ਨੂੰ ਮੇਰੇ ਏਜੰਟ ਨੇ ਮੇਲ ਪਾਈ ਹੋਈ ਆ ਵੀ ਤੁਸੀਂ ਸਾਨੂੰ ਰੀਜ਼ਨ ਦਿਓ ਵੀ ਸਾਡੇ ਸਟੂਡੈਂਟ ਨੂੰ ਬੋਰਡ ਨਹੀਂ ਕਰਨ ਦਿੱਤਾ ਗਿਆ 에ਅਰਲਾਈਨਸ ਨੇ ਇਹ ਰੀਜ਼ਨ ਦੇ ਕੇ ਮੋੜਤਾ ਉੱਥੋਂ ਤੇ ਸਰ ਹਾਲੇ ਤੱਕ 2 ਵੀਕਸ ਹੋ ਗਿਆ ਐਮਬੈਸੀ ਵੱਲੋਂ ਜਸਟ ਇੱਕ ਰਿਪਲਾਈ ਆਇਆ ਸੀਗਾ ਵੀ ਤੁਹਾਡਾ ਕੇਸ ਆ ਜਿਹੜਾ ਉਹ ਕੰਸਰਨ ਸੈਕਸ਼ਨ ਨੂੰ ਦੇ ਦਿੱਤਾ ਗਿਆ ਬਟ ਉਸ ਤੋਂ ਬਾਅਦ ਕੋਈ ਰਿਪਲਾਈ ਨਹੀਂ ਹਾਲੇ ਤੱਕ ਸਰ ਚਲੋ ਆਈ ਥਿੰਕ ਰਾਈਟ ਟਾਈਪ ਦਾ ਫੋਲੋ ਅਪ ਹੋ ਰਿਹਾ ਹੈਗਾ ਬਟ ਫਿਰ ਵੀ ਤੁਸੀਂ ਇੱਕ ਵਾਰੀ ਚੈੱਕ ਕਰੋ ਸਾਹਮਣੇ ਹੋਣੀ ਤੁਹਾਡੀ ਮੇਲ ਉਹ ਜਿਹੜੀ ਮੇਲ ਕਿੱਥੋਂ ਆਈ ਹੋਈ ਹੈ ਜਿਹਦੇ ਲਿਖਿਆ ਕੀ ਲਿਖਿਆ ਵਰਡਸ ਕੀ ਲਿਖਿਆ ਹੈ ਵੀਜ਼ਾ ਰਿਵੋਕ ਲਿਖਿਆ ਜਾਂ ਕੁਝ ਹੋਰ ਲਿਖਿਆ ਹਾਂਜੀ ਸਰ ਮੈਂ ਹੁਣੇ ਤੁਹਾਨੂੰ ਰੀਡ ਕਰਕੇ ਦੱਸਾਂ ਹਾਂ ਰੀਡ ਕਰੋ ਕਾਲ ਤੇ ਰਾਈਟ ਸੈਂਟੈਂਸ ਕੀ ਹੈਗਾ ਹਾਂਜੀ ਮੈਂ ਕਾਲ ਤੇ ਦੱਸ ਸਰ ਇਹ ਮੇਲ ਮੈਨੂੰ ਉਦੋਂ ਹੀ ਆਈ ਹੈ ਅਰਜੈਂਟ ਮੇਲ ਲਵਪ੍ਰੀਤ ਕੌਰ ਐਪਲੀਕੇਸ਼ਨ ਨੰਬਰ ਮੇਰਾ UCI ਨੰਬਰ ਲਿਖਿਆ ਹੋਇਆ ਤੇ ਕਨਫਰਮੇਸ਼ਨ ਇਹ ਆਈ ਹੈ ਮੈਨੂੰ ਦਿੱਲੀ ਇਮੀਗ੍ਰੇਸ਼ਨ ਇੰਟਰਨੈਸ਼ਨਲ ਓਕੇ ਬਿਲਕੁਲ ਠੀਕ ਹੈ ਰਾਈਟ ਹੈ ਰਾਈਟ ਹੈ ਐਬਸੋਲੂਟਲੀ ਰਾਈਟ ਹੈ ਓਕੇ
ਇਹ ਕਿਹਦੀ ਮਾਰਕ ਕਿਹਨੂੰ ਕੀਤੀ ਗਈ ਉਹਨਾਂ ਨੇ, ਟੂ ਕਿਹਨੂੰ ਕੀਤਾ ਹੈ? ਟੂ ਮੀ। ਤੁਹਾਡੇ ਆਪਣੀ ਮੇਲ ਆਈਡੀ ਤੇ? ਹਾਂਜੀ ਸਰ। ਓਕੇ, ਕੀ ਲਿਖਿਆ ਉਹਨਾਂ ਨੇ? ਹਾਂਜੀ sir, I read it. Your email was received by the New Delhi Visa Office. We do not respond unless you have already submitted an application ਓਕੇ। and we need additional information from you. If a response is justified, we will write within 30 days. ਰਾਈਟ। We do not provide status updates on applications in process. We do not confirm receipt of documents or passports. Sir, फिर उन्होंने applications forms and instruction guides are available here www.cic.gc.ca. ਰਾਈਟ, ਇਹ ਜਨਰਲ ਮੇਲਸ ਹੈ। ਨੀਚੇ ਤੁਹਾਡੇ ਲਈ ਸਪੈਸੀਫਿਕ ਕੁਝ ਲਿਖਿਆ ਹੋਏਗਾ? ਸਰ ਨੋਟਿਸ ਵਿੱਚ ਵੀ ਇਹੀ ਮੇਲ ਐਡਰੈਸ ਲਿਖਿਆ ਹੋਇਆ, notice www.cic.gc.ca ਬਸ। ਨਹੀਂ ਨਹੀਂ, ਤੁਹਾਡਾ ਉਹ ਸੈਂਟੈਂਸ ਕਿੱਥੇ ਜਿਹੜਾ ਕਹਿੰਦਾ ਯੂਅਰ ਵੀਜ਼ਾ ਹੈਜ਼ ਬੀਨ ਰਿਵੋਕਡ, ਉਹ ਕਿੱਥੇ ਹੈ? ਸਰ ਉਹ ਵਾਲਾ ਉਹਨਾਂ ਨੇ ਮੈਨੂੰ ਉੱਥੇ ਮਤਲਬ ਜਦੋਂ ਮੈਂ ਉਹਨਾਂ ਨੂੰ ਸੁਪਰਵਾਈਜ਼ਰ ਨੂੰ ਕਿਹਾ ਨਾ ਵੀ ਤੁਹਾਨੂੰ ਜਿਹੜੀ ਮੇਲ ਆਈ ਹੈ ਤੁਸੀਂ ਮੈਨੂੰ ਵੀ ਸ਼ੋਅ ਤਾਂ ਕਰੋ ਉਹ ਵੀ ਐਜ਼ ਅ ਪ੍ਰੂਫ, ਤੇ ਸਰ ਫਿਰ ਉਹਨਾਂ ਨੇ ਉੱਥੇ ਮੈਨੂੰ ਦਿਖਾਈ ਸੀਗੀ। ਉਹ ਮੇਲ ਦਾ ਕੁਝ ਤੁਸੀਂ ਫੋਟੋ ਲਿਆ ਜਾਂ ਕੁਝ ਪੜਿਆ, ਉਹਦੇ ਚ ਕੀ ਲਿਖਿਆ ਸੀ? ਹਰ ਵੀਜ਼ਾ ਹੈਜ਼ ਬੀਨ ਰਿਵੋਕਡ? Yes sir, her visa is revoked because she needed more documents. That's it. ਮੇਰੀ ਟਿਕਟ ਉੱਪਰ ਪਾਈ ਹੋਈ ਸੀ ਲਾਈਕ ਮਤਲਬ ਡੇਟ ਟਾਈਮ, ਮੇਰਾ ਡੇਟ ਆਫ ਬਰਥ ਤੇ ਇੱਕ ਲਾਈਨ ਦੀ ਮੇਲ ਸੀਗੀ। ਸੋ ਵੈਰੀ ਸਟ੍ਰੇਂਜ, ਐਸਾ ਨਹੀਂ ਹੋ ਸਕਦਾ। ਹਾਂਜੀ ਸਰ, ਮਤਲਬ ਮੈਂ ਜਿਨ੍ਹਾਂ ਨਾਲ ਵੀ ਮਤਲਬ ਮੇਰਾ ਏਜੰਟ ਵੀ ਸ਼ੌਕ ਸੀਗਾ ਵੀ ਐਵੇਂ ਦਾ ਕੇਸ ਕਦੇ ਨਹੀਂ ਆਇਆਗਾ ਪਹਿਲਾਂ, ਤੇ ਮਤਲਬ ਐਵੇਂ ਹੋ ਨਹੀਂ ਸਕਦਾਗਾ। ਮਤਲਬ ਸਰ ਹੁਣ ਪ੍ਰੂਫ ਵੀ ਨਹੀਂ ਹੈਗਾ ਤੇ ਸੋ ਮੈਨੂੰ ਆਦਾ ਡੈਫਰ ਕਰਨਾ ਪਿਆ ਇਨਟੇਕ ਬਿਕਾਜ਼ ਸਰ ਮੇਰਾ ਜਿਹੜਾ ਤੁਸੀਂ ਲੈਟਰ ਉੱਥੇ ਪੜਿਆ ਹੈ ਉੱਥੇ 에어ਪੋਰਟ ਤੇ ਸੀਨੀਅਰ ਆਫੀਸਰ ਨੇ ਜਿਹੜਾ ਤੁਹਾਨੂੰ ਦਿਖਾਇਆ, ਉਹ ਚ ਰਿਵੋਕ ਵਰਡ ਲਿਖਿਆ ਹੈ ਜਾਂ ਕੁਝ ਹੋਰ ਲਿਖਿਆ? ਨਹੀਂ ਸਰ, ਰਿਵੋਕ ਹੀ ਲਿਖਿਆ ਹੋਇਆ ਦੇਖੋ, ਤੁਹਾਡੀ ਐਂਟਰੀ ਡਿਨਾਈ ਤਾਂ ਕਰ ਸਕਦੇ ਵੀ ਹਾਂ ਇਹਨੂੰ ਨਹੀਂ ਲੈ ਕੇ ਜਾਣਾ, ਇਹਦੇ ਡਾਕੂਮੈਂਟ ਪੂਰੇ ਨਹੀਂ ਹੈਗੇ ਆ, ਬਟ ਲਾਸਟ ਮੂਮੈਂਟ ਤੇ ਰਿਵੋਕ ਕਰਨਾ ਆਈ ਡੋਨਟ ਨੋ। ਉਸ ਤੋਂ ਬਾਅਦ ਫਾਈਲ ਹੀ ਨਹੀਂ ਖੁੱਲਦੀ ਹੈ। ਫਾਈਲ ਤੁਹਾਡੀ ਕਿਹਨੇ ਖੁਲਵਾਈ ਹੈ? ਸਰ ਹੁਣ ਮਤਲਬ ਏਜੰਟ ਨੂੰ ਹੀ ਕਿਹਾ ਹੋਇਆ ਸੀ ਤੇ ਉਹ ਕਹਿੰਦੇ ਵੀ ਇੱਕ ਵਾਰੀ ਆਪਾਂ ਐਮਬੈਸੀ ਦੀ ਵੇਟ ਕਰਦੇ ਆ ਜਦੋਂ ਅਪਲਾਈ ਕਰਦੇ ਆ, ਤੇ ਮੈਂ ਕਿਹਾ ਵੀ ਜੇ ਐਮਬੈਸੀ ਉਹਨਾਂ ਨੇ ਕਿਹਾ ਹੋਇਆ ਸਰ ਵੀ ਵਿਦਿਨ 30 ਡੇਜ਼ ਚ ਅਸੀਂ ਰਿਪਲਾਈ ਕਰਾਂਗੇ, ਕੁਛ ਜੇ ਨਹੀਂ ਆਉਂਦਾ ਫਿਰ ਮੈਂ ਕਿਹਾ ਵੀ ਸਰ ਮੇਰੀ ਫਾਈਲ ਰੀਓਪਨ ਕਰਕੇ ਪ੍ਰੋਸੈਸ ਕਰਵਾਓ ਦੁਬਾਰਾ। ਤੁਹਾਡੇ ਕੋਲ ਪਾਸਪੋਰਟ ਤੇ ਵੀਜ਼ਾ ਲੱਗਿਆ ਹੋਇਆ ਰਾਈਟ? ਹਾਂਜੀ ਸਰ, ਹਾਂਜੀ ਹਾਂਜੀ ਪਾਸਪੋਰਟ ਤੇ ਵੀਜ਼ਾ ਲੱਗਿਆ ਹੋਇਆ, ਵੈਲਿਡ ਤੁਹਾਡੀ ਸਟੱਡੀ ਹੈਗੀ ਹੈ, ਆਨਲਾਈਨ ਤੁਸੀਂ ਰਜਿਸਟਰ ਕਰਤਾ ਸੀ ਇਧਰੋਂ? ਹਾਂਜੀ ਹਾਂਜੀ ਕਰਤਾ ਸੀ ਸਰ। ਐਂਡ ਤੁਸੀਂ ਹੁਣ ਇਹ ਚੀਜ਼ਾਂ ਸਾਰੀ ਕਾਲਜ ਨੂੰ ਵੀ ਇੰਟੀਮੇਟ ਕਰਤੀਆਂ ਕਿ ਵੀ ਮੈਨੂੰ ਉੱਥੇ ਆਹ ਚੀਜ਼ ਇਸ ਤਰ੍ਹਾਂ ਹੋਈ ਹੈ, ਸਾਰਾ ਇਨਸੀਡੈਂਟ ਕਰਤਾ ਹੈ? ਨਹੀਂ ਸਰ, ਇਹ ਮੈਨੂੰ ਮੇਰਾ ਮੈਂ ਏਜੰਟ ਨੂੰ ਕਿਹਾ ਸੀਗਾ ਵੀ ਲਾਈਕ ਮੈਂ ਸਟੱਡੀ ਨਹੀਂ ਕਰ ਸਕਦੀ, ਤੇ ਏਜੰਟ ਕਹਿੰਦਾ ਵੀ ਤੁਸੀਂ ਡੈਫਰ ਕਰਵਾ ਲਓ ਫਿਰ ਬਿਕਾਜ਼ ਸਰ ਮੇਰਾ ਰੂਰਲ ਏਰੀਆ ਤੇ ਇੱਥੇ ਰੇਂਜ ਵੀ ਨਹੀਂ ਆਉਂਦੀ ਗੀ। ਤੇ ਤੁਸੀਂ ਇਮੀਡੀਏਟਲੀ ਇਹਨੂੰ ਡੈਫਰ ਦਾ ਰਿਕੁਐਸਟ ਪਾ ਦਿਓ, ਬਿਕਾਜ਼ ਅਗਰ ਤੁਸੀਂ ਉਹਨਾਂ ਨੂੰ ਇੰਟੀਮੇਟ ਕਰਤਾ ਹੈਗਾ ਵੀ ਮੈਂ ਕਾਲਜ ਆ ਰਹੀ ਹਾਂ, ਇੱਥੋਂ ਆਨਲਾਈਨ ਸ਼ੁਰੂ ਕਰਤਾ ਹੈ, ਤਾਂ ਮੇਬੀ ਉਹਨਾਂ ਦੀ ਰਿਫੰਡ ਪਾਲਿਸੀ ਦੇ ਅਕੋਰਡਿੰਗਲੀ ਵੀ ਕੈਨ ਲੂਜ਼ ਆਰ ਫੀ, ਰਾਈਟ? ਜੇ ਕੱਲ ਨੂੰ ਕੋਈ ਐਸਾ ਚੱਕਰ ਆਉਂਦਾ ਹੈ ਵੀ ਅਸੀਂ ਤੁਹਾਨੂੰ ਵੀਜ਼ਾ ਨਹੀਂ ਦੇ ਰਿਹਾ ਐਮਬੈਸੀ, ਇਟ ਵਿਲ ਬੀ ਟ੍ਰੀਟਡ ਐਜ਼ ਅ ਡਿਨਾਈਡ ਔਰ ਰਿਫਿਊਜ਼, ਐਂਡ ਕਮ ਸੇ ਕਮ ਆਪਾਂ ਉੱਥੋਂ ਪੈਸਾ ਤਾਂ ਲੈ ਲਾਂਗੇ। ਨੰਬਰ 1 ਵੀ ਨੀਡ ਟੂ ਅੰਡਰਸਟੈਂਡ ਕਿ ਵਾਈ ਦਿਸ ਇਜ਼ ਹੈਪਨਿੰਗ, ਵੀ ਤੁਹਾਡੀ ਇਮੀਗ੍ਰੇਸ਼ਨ ਨੂੰ ਕੀ ਉਦੋਂ ਸੁੱਤਿਆਂ ਪਏ ਯਾਦ ਆ ਗਈ ਤੁਹਾਡੀ ਫਾਈਲ ਖੋਲੀ ਔਰ ਉਹਨਾਂ ਨੇ ਰਿਵੋਕ ਕਰਤਾ? ਸਰ ਉਹੀ ਤਾਂ ਰੀਜ਼ਨ, ਮਤਲਬ ਮੇਰੀ ਫਾਈਲ ਵੀ ਫੁੱਲ ਜੈਨੂਅਨ, ਮਤਲਬ ਉਹ ਈਚ 6 ਓਵਰਆਲ 6.5 ਬੈਂਡਸ ਫੁੱਲ ਡਾਕੂਮੈਂਟ ਸੀਗੇ ਸਰ ਜਿਹੜੇ ਮੇਰੇ, ਈਵਨ ਮਤਲਬ ਸਟੱਡੀ ਵਿੱਚ ਵੀ ਮੇਰੇ ਆਲ ਮਾਰਕਸ ਗੁੱਡ ਸੀਗੇ, ਅਬਵ 70 ਆ। ਮਤਲਬ ਸਰ ਐਟ ਪੁਆਇੰਟ ਤੇ ਆ ਕੇ ਮਤਲਬ ਐ ਹੋਇਆ, ਮਤਲਬ ਏਜੰਟ ਦੀ ਸਮਝ ਚ ਵੀ ਨਹੀਂ ਆਇਆ ਕੁਛ, ਤੇ ਸਰ ਮੇਰੀ ਤਾਂ ਹਲੇ ਕੁਛ ਵੀ ਨਹੀਂ ਆਇਆ ਮਤਲਬ ਇਹ ਹੋਇਆ ਕੀ ਆ। ਤੇ ਮੈਂ ਉਹਨਾਂ ਨਾਲ ਗੱਲ ਕੀਤੀ ਸਰ, ਮਤਲਬ ਜਿਹੜੇ ਸਟਾਫ ਸੀ ਏਅਰਲਾਈਨਸ ਵਾਲੇ, ਮੈਂ ਕਿਹਾ ਵੀ ਇਹ ਕੀ ਗੱਲ ਹੋਈ, ਮੈਂ ਕਿਹਾ ਵੀ ਮੈਂ ਤਾਂ ਕਦੇ ਅੱਜ ਤੱਕ ਨਹੀਂ ਸੀ ਸੁਣਿਆ ਕਦੇ ਕਿਸੇ ਦਾ ਵੀਜ਼ਾ ਐਟ ਅ ਟਾਈਮ ਤੇ ਰਿਵੋਕ ਹੋਵੇ। ਤੇ ਉਹ ਸਰ ਮੈਨੂੰ ਕਹਿੰਦੇ ਵੀ ਤੁਸੀਂ ਵੇਟ ਕਰੋ, ਕਈ ਵਾਰੀ ਐਂਡ ਪੁਆਇੰਟ ਤੇ ਸੋਲੂਸ਼ਨ ਹੋ ਜਾਂਦਾ ਹੁੰਦਾਗਾ, ਬਟ ਸਰ ਫਿਰ ਮੈਨੂੰ ਘਰੇ ਆਉਣਾ ਪਿਆ। ਤੇ ਫਿਰ ਮਤਲਬ ਉਹਨਾਂ ਨੇ ਮੇਰੀ ਇੰਨੀ ਗੱਲ ਵੀ ਨਹੀਂ ਸੁਣੀ, ਐਂਡ ਤੇ ਉਹਨਾਂ ਦਾ ਬਿਹੇਵੀਅਰ ਵੀ ਰੂਡ ਹੋ ਗਿਆ। ਉਹ ਕਹਿੰਦੇ ਵੀ ਨਹੀਂ ਅਸੀਂ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦੇ, ਤੁਸੀਂ ਘਰੇ ਜਾਓ। ਚਲੋ ਲੈਟਸ ਵੇਟ ਫॉर ਅਨਦਰ 15 ਡੇਜ਼। ਤੁਸੀਂ ਕਹਿੰਦੇ 15 ਦਿਨ ਹੋ ਚੁੱਕੇ ਆ, 15 ਦਿਨ ਤੁਹਾਨੂੰ ਹੋਰ ਵੇਟ ਕਰਨੀ ਪਏਗੀ, ਬਟ ਦਿਸ ਇਜ਼ ਰੀਅਲੀ ਐਕਸਟਰਾ ਆਰਡੀਨਰੀ ਕੇਸ। ਕੈਨੇਡੀਅਨ ਐਮਬੈਸੀ ਆਈ ਡੋਂਟ ਨੋ ਮਤਲਬ ਕਿਸ ਤਰ੍ਹਾਂ ਇਹ ਕਰ ਰਹੀ ਹੈ, ਜਾਂ ਤੁਸੀਂ ਕੋਈ ਐਡੀਸ਼ਨਲ ਡਾਕੂਮੈਂਟ
ਕੋਈ ਮੈਰਿਜ ਵਾਲਾ ਕੋਈ ਕੇਸ ਤਾਂ ਨਹੀਂ ਹੈ ਜਾਂ नो ਐਲਓਏ नो ਕੋਈ सर, ਐਕਸਪਾਇਰੀ ਤਾਂ ਨਹੀਂ ਹੋਈ सिंगल ਤੁਹਾਡੀ? सिंगल सिंगल ਸਿੰਗਲ सिंगल ਹੈ? नो सर। हाँ जी। ਐਲਓਏ ਕੋਈ ਐਕਸਪਾਇਰੀ ਡੇਟ ਉਹ ਵੀ नो ਨਹੀਂ जी। ਹੋਏਗੀ ਤੁਹਾਡੀ? ਤੁਸੀਂ हाँ ਕਹਿੰਦੇ 2 जी। ਸਾਲ ਦਾ ਕੋਰਸ ਹੈ। हाँ जी। ਸਟਿਲ ਦੇਖिए ਮੈਮ ਹਜੇ ਵੀ ਮੇਰੇ ਦਿਮਾਗ 'ਚ ਨਹੀਂ ਆ ਰਿਹਾ, ਬਟ ਲੈਟਸ ਵਰਕ ਔਨ ਇੱਕ ਵਾਰੀ। ਕੁਝ ਅੰਡਰ ਸੈਕਸ਼ਨ ਵਗੈਰਾ ਉਹਨਾਂ ਨੇ ਕੁਝ ਲਿਖਿਆ ਹੋਏਗਾ ਉਸ ਮੇਲ ਤੇ ਵੀ ਇਸ ਅੰਡਰ नो। ਸੈਕਸ਼ਨ ਦੇ ਅੰਡਰ ਤੁਹਾਡਾ ਰਿਵੋਕ ਕੀਤਾ ਗਿਆ? ਕਿਉਂਕਿ ਕਦੇ ਵੀ ਇਸ ਤਰ੍ਹਾਂ ਰਿਵੋਕ ਦੀ ਮੇਲ ਨਹੀਂ ਆਉਂਦੀ, ਹਮੇਸ਼ਾ ਚਾਹੇ ਬੈਨ ਹੈ, ਚਾਹੇ ਰਿਫਿਊਜ਼ ਹੈ, ਚਾਹੇ ਰਿਵੋਕ ਹੈ, देयर इज एन अंडर सेक्शन सब सेक्शन ਉਹ ਸਾਰਾ ਲਿਖਿਆ ਹੁੰਦਾ ਹੈ। ਉਹਦੇ 'ਚ ਕੁਝ ਲਿਖਿਆ ਸੀ ਇਸ ਤਰ੍ਹਾਂ ਦਾ? ਨੋ ਸਰ, ਕੁਛ ਵੀ ਨਹੀਂ ਸੀ ਲਿਖਿਆਗਾ। ਈਵਨ ਮੈਨੂੰ ਏਜੰਟ ਨੇ ਕਿਹਾ ਸੀਗਾ ਵੀ ਤੁਸੀਂ ਸੁਪਰਵਾਈਜ਼ਰ ਨਾਲ ਇੱਕ ਵਾਰੀ ਮਿਲੋ, ਜਦੋਂ ਮੈਂ 에ਅਰਪੋਰਟ ਤੋਂ ਬਾਹਰ ਆ ਗਈ ਸੀਗੀ। ਬਟ ਸਰ ਮਤਲਬ ਸੁਪਰਵਾਈਜ਼ਰ ਨੇ ਮੇਰੀ ਕੋਈ ਹੈਲਪ ਨਹੀਂ ਕੀਤੀ ਗੀ। ਪਹਿਲਾਂ ਤਾਂ ਉਹਨਾਂ ਨੇ ਕਹਿਤਾ ਸੀ ਵੀ ਤੁਸੀਂ ਫੋਟੋ ਲੈ ਲਓ, ਮਤਲਬ ਮੈਂ ਤੁਹਾਨੂੰ ਮੇਲ ਦੇ ਦੇਣਾ, ਬਟ ਉਹਨਾਂ ਤੋਂ ਜਿਹੜਾ ਮਤਲਬ ਲੋ ਪੋਸਟ ਤੇ ਸੀਗਾ ਉਹ ਕਹਿੰਦੇ ਵੀ ਨਹੀਂ, ਐਵੇਂ ਨਹੀਂ, ਪਿਕ ਨਾ ਲੈਣ ਦੋ, ਬਿਕੋਜ਼ ਇਹਨਾਂ ਦਾ ਏਜੰਟ ਮਤਲਬ ਹੋਰ ਕੁਝ ਪੁੱਛੂਗਾ, ਫਿਰ ਆਪਾਂ ਫਸਾਂਗੇ। ਸਰ ਨਹੀਂ ਉਹਨਾਂ ਨੇ ਤੁਸੀਂ, ਐਂ ਹੀ ਤੁਹਾਡਾ ਕਿਹਾ। ਆਪਣਾ ਰਾਈਟ ਸੀਗਾ ਵੀ ਔਨ ਦਾ। ਉਹੀ ਤਾਂ ਗੱਲ ਆ ਸਰ, ਬਟ they didn't support me। ਓਕੇ, ਹਾਂਜੀ ਸਰ। तो नो प्रॉब्लम ਬੱਚੇ, ਅਭੀ ਵੇਟ ਕਰੋ, ਰਾਈਟ। ਐਂਡ ਤੁਹਾਡੀ ਏਜੰਟਸ ਵੀ ਠੀਕ ਹੈਗੇ ਜਿਹੜੇ ਫਾਲੋ ਅਪ ਕਰ ਰਹੇ, ਜੋ ਮੈਨੂੰ ਲੱਗ ਰਿਹਾ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ। ਸੋ ਲੈਟ ਹਾਂਜੀ। ਹਿਮ ਫਾਈਟ, ਆਈ ਐਮ ਸ਼ੋਰ ਕੋਈ ਨਾ ਕੋਈ ਰੈਜ਼ੋਲੂਸ਼ਨ ਮਿਲੇਗਾ, ਕੋਈ ਰੀਜ਼ਨ ਆਪਾਂ ਨੂੰ ਮਿਲੇਗਾ ਇਹਦੇ ਤੇ ਵੀ ਕਿਉਂ ਇਹ ਸਾਰਾ ਕੁਝ ਕੀਤਾ ਗਿਆ, ਕਿਹੜਾ ਅੰਡਰ ਸੈਕਸ਼ਨ ਹੈਗਾ। ਜੇ ਅਗਰ ਆਪਣੀ ਕੋਈ ਗਲਤੀ ਨਹੀਂ ਹੈਗੀ ਤਾਂ ਡੈਫੀਨੇਟਲੀ ਵੀ ਕੈਨ ਅਗੇਨ ਫਾਈਟ ਫॉर आवर केस, राइट। सो लेट्स ਹਾਂਜੀ वेट फॉर अनदर फ्यू ਤੇ डेज एंड ਉਸ ਤੋਂ ਬਾਅਦ ਫਿਰ ਡਿਸਕਸ ਕਰਦੇ ਹਾਂ ਆਪਾਂ। ਹਾਂਜੀ ਸਰ। ਤੇ ਸਰ ਮੈਂ ਇੱਕ ਗੱਲ ਹੋਰ ਪੁੱਛਣੀ ਸੀ, ਮਤਲਬ ਮੈਂ ਏਜੰਟ ਨੂੰ ਕਿਹਾ ਸੀਗਾ ਵੀ ਸਰ ਵੀ ਮੈਂ ਕਾਲਜ ਨੂੰ ਮੇਲ ਪਾ ਦਾਂ ਵੀ ਮੈਨੂੰ ਬੋਰਡ ਨਹੀਂ ਕਰਨ ਦਿੱਤਾਗਾ, ਬਟ ਉਹ ਕਹਿੰਦੇ ਵੀ ਆਪਾਂ ਕਾਲਜ ਨੂੰ ਨਹੀਂ ਦੱਸ ਸਕਦੇ ਬਿਕੋਜ਼ ਇਹਦੇ ਵਿੱਚ ਵੀ ਆਪਣਾ ਲਾਸ ਹੋ ਸਕਦਾ ਕੋਈ। ਸੋ ਆਪਾਂ ਕਾਲਜ ਨੂੰ ਨਾਰਮਲ ਕਹਿ ਦਿੰਦੇ ਆ ਵੀ ਸਾਨੂੰ ਡੈਫਰ ਕਰ ਦਿਓ ਬਿਕੋਜ਼ ਸਾਡੀ ਇੰਟਰਨੈਟ ਪ੍ਰੋਬਲਮ ਆ ਰਹੀ ਹੈ ਤੇ ਟਰੈਵਲ ਨਹੀਂ ਰਿਸਟ੍ਰਿਕਸ਼ਨ ਨਹੀਂ, ਦੇ ਸਿੰਪਲ ਕਰਕੇ। ਸਿੰਪਲੀ ਹਾਂ ਲਿਖ ਸਕਦੇ ਵੀ ਸਾਡੇ ਤੋਂ ਹਾਂਜੀ ਟਰੈਵਲ ਨਹੀਂ ਹੋਇਆ, ਤੇ ਤੁਸੀਂ ਡੈਫਰ ਕਰ ਦਿਓ। ਹਾਂਜੀ, ਤੇ ਉਹਨਾਂ ਨੇ ਕਨਫਰਮ ਕਰਤਾ, ਮਤਲਬ ਹਲੇ ਉਹਨਾਂ ਨੇ ਐਲਓਏ ਸਾਨੂੰ ਨਹੀਂ ਦਿੱਤੀ ਸਰ, ਤੇ ਸੁਬਾਹ ਅੱਜ ਉਹਨਾਂ ਦੀ ਕਨਫਰਮੇਸ਼ਨ ਆ ਗਈ ਵੀ ਤੁਸੀਂ ਕਨਫਰਮ ਹੋ ਚੁੱਕੇ ਆ ਵੀ ਡੈਫਰਮੈਂਟ ਲਈ। ਓਕੇ ਹਾਂਜੀ ਸਰ, ਬਟ ਓਕੇ, ਹਲੇ ਚਲੋ ਐਮਬੈਸੀ ਤੋਂ ਕੋਈ ਚਲੋ ਰਿਪਲਾਈ ਨਹੀਂ। ਨੈਕਸਟ ਡੈਫਰਮੈਂਟ ਹੋ ਗਈ, ਉਧਰੋਂ ਤੁਸੀਂ ਸੇਫ ਹੈਗੇ ਆ। ਹੁਣ ਐਮਬੈਸੀ ਨਾਲ ਥੋੜਾ ਜਿਹਾ ਚੈੱਕ ਕਰਨਾ ਪਏਗਾ। ਔਰ ਹਾਂਜੀ। ਅਗਰ ਇਹ ਐਮਬੈਸੀ ਸਿੰਪਲ 에ਅਰਪੋਰਟ ਨੂੰ ਲਿਖ ਰਹੀ ਹੈ, ਇਸ ਤਰ੍ਹਾਂ ਨਹੀਂ ਹੁੰਦਾ ਹੈ। ਜਦੋਂ ਵੀ ਆਏਗਾ, ਜਿਹੜੀ ਤੁਹਾਡੀ ਜੀਸੀਕੇ ਅਕਾਊਂਟ ਹੈ ਜਾਂ ਤੁਹਾਡੀ ਜਿਹੜੀ ਰਿਸਪੈਕਟਿਵ ਮੇਲ ਹੈਗੀ ਉਹਦੇ ਤੇ ਵੀ ਕਾਪੀ ਜ਼ਰੂਰ ਆਣੀ ਚਾਹੀਦੀ ਹੈਗੀ ਹੈ ਵੀ ਇਸ ਤਰ੍ਹਾਂ ਦਾ ਜਿਹੜਾ ਵੀਜ਼ਾ ਹੈਗਾ ਹਾਂਜੀ ਰਿਵੋਕ ਹੋ ਗਿਆ। तो अल्टीमेटली ਹਾਂਜੀ देयर इज सम कंफ्यूजन, देयर इज सम कम्युनिकेशन गैप। मे बी जो डॉक्यूमेंट या एयरपोर्ट ने कुछ लिखा है ਉਹਦੇ ਤੇ ਕੋਈ ਨੰਬਰ ਗਲਤ ਲਿਖਿਆ ਗਿਆ विच इज नॉट रिलेटेड टू यू। कुछ ना कुछ ऐसा है, कुछ दिक्कत लग ਹਾਂਜੀ रही है। ਸਰ, ਕੁਛ ਮਿਸਅੰਡਰਸਟੈਂਡਿੰਗ ਹੋਈ ਲੱਗਦੀ हाँ वही। ਬਿਕੋਜ਼ ਸਰ ਮੇਰਾ ਗੈਪ ਵੀ ਇੰਨਾ ਨਹੀਂ ਸੀਗਾ, ਲਾਈਕ ਮੇਰਾ 1.5 ਸਾਲ ਦਾ ਗੈਪ ਸੀਗਾ ਟੋਟਲ, ਤੇ ਉਸ ਤੋਂ ਬਾਅਦ ਮੇਰਾ ਵੀਜ਼ਾ ਆ ਗਿਆ ਸੀਗਾ हम्म। ਜਨਵਰੀ। ਪਹਿਲਾਂ ਮੇਰਾ ਸਰ ਮੇਨ ਇਨਟੇਕ ਸੀਗਾ ਤੇ ਕਰੋਨਾ ਵਾਇਰਸ ਕਰਕੇ ਮਤਲਬ ਮੈਨੂੰ ਡੈਫਰ ਕਰਨਾ ਪਿਆ ਸੀ ਸਤੰਬਰ ਦੇ ਵਿੱਚ। हम्म। ਤੇ ਫਿਰ ਸਰ ਹੁਣ ਰੀਜ਼ਨ ਹੋ ਗਿਆ, ਫਿਰ ਹੁਣ ਮੈਨੂੰ ਡੈਫਰ ਕਰਨਾ ਪਿਆ, ਲਾਈਕ ਵੀ ਉਦੋਂ ਤਾਂ ਪੈਂਡੇਮਿਕ ਸੀਗਾ ਤੇ ਵੀ ਕਾਲਜ ਵੱਲੋਂ ਤਾਂ ਸਰ ਕੋਈ ਇਸ਼ੂ ਨਹੀਂ, ਉਹਨਾਂ ਨੇ ਤਾਂ ਕਰਤਾ। हम्म। ਬਟ ਵੀ ਮੇਨ ਪ੍ਰੋਬਲਮ ਇਹ ਆ ਵੀ ਲਾਈਕ ਹਾਲੇ ਤੱਕ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਵੀ ਮੈਂ ਚਲੋ ਕਿਵੇਂ नो वरी ਕੰਸਲਟ मैम, ਕਰਾਂ। ਦੇਖੋ ਜੋ ਚੀਜ਼ਾਂ ਹੈਗੀਆਂ ਐਥੀਕਲੀ ਤਾਂ ਆਪਾਂ ਉਹਨਾਂ ਨੂੰ ਕਹਿ ਕਰ ਸਕਦੇ ਹਾਂ। ਆਈ ਥਿੰਕ ਉਹ ਸਾਰੀ ਐਪਲੀਕੇਸ਼ਨ ਉਹਨਾਂ ਨੇ ਪਾਤੀ ਹੈਗੀ ਹੈ, ਦੇ ਵਿਲ ਰਿਪਲਾਈ ਇਟ। नो वरी, थोड़ा पेशेंस रखो। आई थिंक नेक्स्ट ਹਾਂਜੀ डेफर हो गया तो उद तक कोई ना कोई रिप्लाई नेक्स्ट 15 डेज से आ जाएगा। तो जो ਹਾਂਜੀ भी आंदा है या नहीं आंदा है तो वी कैन अगेन डिस्कस, वी कैन टेक अप ਹਾਂਜੀ द केस ਵੀ ਅਸੀਂ ਕਿਸ ਤਰ੍ਹਾਂ ਉਹਨਾਂ ਨਾਲ ਹੈਂਡਲ ਕਰਨਾ ਹੈ, ਕਿਹੜੇ ਸੈਕਸ਼ਨ ਦੇ ਅੰਡਰ ਉਹਨਾਂ ਨੇ ਕਿਸ ਰਾਈਟ ਦੇ ਅਧੀਨ ਤੁਹਾਨੂੰ ਰਿਵੋਕ ਕੀਤਾ ਹੈ। ਨਾਰਮਲੀ ਰਿਵੋਕ ਨਹੀਂ ਹੁੰਦਾ, ਰਿਵੋਕ ਹੁੰਦਾ ਹੈ ਜਿਸ ਤਰ੍ਹਾਂ ਬੱਚਾ ਉਧਰ ਕੋਈ ਹੈਗਾ ਉਹਨੇ 150 ਡੇਜ਼ 150 ਦਿਨ ਆਪਣੀ ਕਲਾਸ ਨਹੀਂ ਲਗਾਈ ਔਰ ਉਹ ਹਾਂਜੀ ਕੰਡੀਸ਼ਨਸ ਹੈਗੀਆਂ ਵੀ ਸਟੂਡੈਂਟ ਵੀਜ਼ਾ ਤੇ ਹੈਗਾ, ਉਹ ਬੱਚਾ ਉੱਥੇ ਕਲਾਸ ਨਹੀਂ ਲਗਾ ਰਿਹਾ, ਉਸ ਟਾਈਮ ਤੇ ਉਹ ਰਿਵੋਕ ਹੋ ਜਾਂਦਾ ਹੈ। ਜਾਂ ਉਹਨੂੰ ਵਿਜ਼ਟਰ ਵੀਜ਼ਾ 'ਚ ਕਨਵਰਟ ਕਰਨਾ ਪੈਂਦਾ ਜਾਂ ਉਹਨੂੰ ਆਊਟ ਆਫ ਕੰਟਰੀ ਜਾਣਾ ਪੈਂਦਾ। ਜਾਂ ਰਿਵੋਕ ਹੋ ਸਕਦਾ ਵੀ ਯੈਸ ਪਹਿਲਾਂ ਉਹਨਾਂ ਨੇ ਗਲਤੀ ਨਾਲ ਅਪਰੂਵ ਕਰ ਦਿੱਤਾ ਹੈਗਾ ਵੀਜ਼ਾ ਐਂਡ ਹਾਂਜੀ ਉਹਨਾਂ ਕੋਲ ਪ੍ਰੋਪਰ ਡਾਕੂਮੈਂਟ ਨਹੀਂ ਹੈਗੇ ਐਂਡ ਹਾਂਜੀ ਇੱਕ ਅੱਧਾ ਕੋਈ ਡਾਕੂਮੈਂਟ ਕੋਈ ਸ਼ਾਰਟ ਆਫ ਡਾਕੂਮੈਂਟ ਹੈ, ਬਟ ਉਹ ਇਨ ਦੈਟ ਕੇਸ ਵੀਜ਼ਾ ਪ੍ਰਿੰਟ ਹੋਣਾ ਐਂਡ ਸਾਰਾ ਕੁਝ ਤੁਹਾਨੂੰ ਇਸ਼ੂ ਹੋ ਜਾਣਾ, 9 ਮਹੀਨੇ ਬਾਅਦ ਐਮਬੈਸੀ ਜਾਗਣਾ, ਇਸ ਤਰ੍ਹਾਂ ਦੇ ਹਾਂਜੀ ਕੇਸਸ ਨਹੀਂ ਕਦੇ ਵੀ ਹੋਏ। ਸੋ ਇਹ ਸਾਰਾ ਕੁਝ ਹਾਂਜੀ ਉਦੋਂ ਤੱਕ ਹੋ ਸਕਦਾ ਹੈ ਜਦੋਂ ਤੱਕ ਤੁਸੀਂ ਪਾਸਪੋਰਟ ਸਬਮਿਟ ਨਹੀਂ ਕਰਦੇ। ਬਟ ਦਿਸ ਇਜ਼ ਦ ਅੱਛਾ ਫਰਸਟ case in our knowledge ਵੀ ਯੈਸ ਐਮਬੈਸੀ ਆਫਟਰ 9 ਮੰਥ ਆਫਟਰ 10 ਮੰਥ ਸੁੱਤੇ ਹੋਏ ਉੱਠਦੇ ਬੰਦੇ ਆ ਔਰ ਕਹਿ ਰਹੇ ਨਹੀਂ ਇਹ ਸਾਨੂੰ ਡਾਕੂਮੈਂਟ ਚਾਹੀਦਾ ਐਂਡ ਵੀਜ਼ਾ ਰਿਵੋਕ ਕੀਤਾ, ਇਸ ਨਾਲ ਪੋਸੀਬਲ ਨਹੀਂ ਹੋਇਆ ਕਦੇ। ਬਟ ਅਗੇਨ ਦਿਸ ਇਜ਼ ਐਗਜ਼ਾਮਪਲ ਫॉर एवरीवन। ਚਲੋ ਦੇਖਦੇ ਹਾਂ ਵੀ ਐਮਬੈਸੀ ਕਿਸ ਤਰ੍ਹਾਂ ਕਰ ਰਹੀ ਹੈ, ਚਾਹੇ ਉਹ ਸ਼ਾਰਟ ਆਫ ਸਟਾਫ ਨਾਲ ਕਰ ਰਹੀ ਹੈ, ਕੀ ਕਰ ਰਹੀ ਹੈ। तो ਲੈਟਸ ਇੱਕ ਹਾਂਜੀ ਨਈ ਚੀਜ਼ ਸਾਹਮਣੇ ਆਈ ਹੈ, ਉਹਦੇ ਤੇ ਵਰਕਆਊਟ ਕਰਦੇ ਹਾਂ। ਨੈਕਸਟ 15 ਦਿਨ ਚ ਤੁਸੀਂ ਵੇਟ ਕਰੋ ਆਪਣਾ, ਰਾਈਟ। ਹਾਂਜੀ ਹਾਂਜੀ
ਠੀਕ ਹੈ ਮੈਮ, ਥੈਂਕ ਯੂ ਵੈਰੀ ਮਚ ਫॉर ਕॉलिंग। ਥੈਂਕਸ। ਓਕੇ। ਤੇ ਇਸ ਤਰ੍ਹਾਂ ਆਪਾਂ ਇਹ ਡਿਸਕਸ ਕੀਤਾ, ਬੱਚੇ ਨੇ ਜਿਸ ਸਾਰਾ ਐਕਸਪਲੇਨ ਕੀਤਾ ਸਾਨੂੰ, ਇਹ ਸਾਰੀ ਹੀ ਰਿਐਲਿਟੀ ਹੈਗੀ ਹੈ ਔਰ ਇਹਦੇ ਡਾਕੂਮੈਂਟਸ ਵੀ ਸਾਡੇ ਕੋਲ ਆ ਰਹੇ। ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਦੇ ਜਿਹੜੇ ਪ੍ਰੀਵੀਅਸ ਏਜੰਟ ਹੈਗੇ ਉਹ ਵੀ ਟਰਾਈ ਕਰ ਰਹੇ ਵੀ ਇਮੀਗ੍ਰੇਸ਼ਨ ਤੋਂ ਕੁਝ ਪਤਾ ਕੀਤਾ ਜਾਏ, ਬਟ ਹਜੇ ਤੱਕ ਜਿਹੜੇ ਲਾਸਟ 15 ਡੇਜ਼ ਹੋ ਗਏ ਇਹਨਾਂ ਨੂੰ ਕੋਈ ਵੀ ਨਹੀਂ ਪਤਾ ਲੱਗਿਆ। ਲਾਸਟ 2 ਡੇਜ਼ ਤੋਂ 30 ਡੇਜ਼ ਤੋਂ ਬਾਅਦ ਸਾਡੇ ਕੋਲ ਕੇਸ ਆਇਆ ਹੈਗਾ। ਅਸੀਂ ਵੀ ਟਰਾਈ ਕਰ ਰਹੇ ਹਾਂ ਕਿ ਬੱਚੇ ਦੀ ਲੈਵਲ ਤੇ ਜਿਹੜੀਆਂ ਚੀਜ਼ਾਂ ਦੀ ਪੁੱਛ ਪੜਤਾਲ ਕੀਤੀ ਜਾਵੇ ਕਿ ਐਮਬੈਸੀ ਨੂੰ ਐਸਾ ਕੀ ਨਜ਼ਰ ਆਇਆ ਜਿਹੜਾ ਕਿ ਸਾਰਾ ਕੁਝ ਪਹਿਲਾਂ ਓਕੇ ਸੀਗਾ, ਵੀਜ਼ਾ ਗ੍ਰਾਂਟਡ ਸੀਗਾ, 18 ਮਾਰਚ ਤੋਂ ਪਹਿਲਾਂ ਦਾ ਵੀਜ਼ਾ ਗ੍ਰਾਂਟਡ ਹੈ, ਇੰਨੀ ਵੇਟ ਤੋਂ ਬਾਅਦ ਬੱਚੇ ਨੇ ਟਰੈਵਲ ਕਰਨ ਦੀ ਕੋਸ਼ਿਸ਼ ਕੀਤੀ, ਐਗਜ਼ਾਮਸ਼ਨ ਲੈਟਰ ਵੀ ਆਈ ਹੈ, ਸਭ ਕੁਝ ਟਾਈਮਲੀ ਆਇਆ ਹੋਇਆ ਹੈ, ਐਂਡ ਤੇ ਕੀ ਨਿਊਜ਼ ਮਿਲਦੀ ਹੈ, ਵੀਜ਼ਾ ਰਿਵੋਕ। तो बहुत ही दुखदाई इस तरह लगता है ये सारा कुछ साडा अप्रूव होने तो बाद भी, बट देखते हैं इस केस की स्टडी करते हैं, पूरा इमीग्रेशन तो भी पता करते हैं यस भी की उन्होंने च ऐसा रहा। सो ये कहने का मतलब ये है भी सानू थोड़ा जिहा कॉशन रखना पेगा, 1% एट एनी मूवमेंट जो आप AIP तो बाद भी कहने भी यस भी शायद अपना जो सैकेंड अप्रूवल आनी है, ये तो सैकेंड अप्रूवल भी आ गया, एग्जामिशन लैटर भी आ गया, ट्रैवल करने तो पहला कुछ मिनट पहले ही ये न्यूज़ मिली है। सो एवरीथिंग इज पॉसीबल अगर आप थोड़ा जिहा जानकारी रखनी हैगी है एंड समूथली सारी चीज़ नूं मैच्योर भी करना हैगा ते ओवर एक्साइटेड भी नहीं रहना। आप जो तक सारी चीज़ां सैट रखनी है अपना, जो तक आप उत्थे पहुंच नहीं जाते। बट एंड मूवमेंट से बड़ा एक्सैप्शनल केस आया, पहला भी बिफोर कोविड भी 1-2 केसेस साडे कोल आए जिथे वीज़ा दे पासपोर्ट उन्होंने मंग लए हैगे एंड पासपोर्ट मंगण तो बाद उन्होंने डिनाई कर दिता है। तो आप की कहना चाहते हैं भी एंड मूवमेंट तक जो तक आप कैनेडा च एंटर नहीं करते, CBSA ऑफिसर, इमीग्रेशन अथॉरिटी इन्हां सारिਆਂ ਕੋਲ ਜਿਹੜੇ ਪਾਵਰਸ ਹੈਗੀਆਂ ਕਿਸੇ ਵੀ ਟਾਈਮ ਤੇ ਆਪਣਾ ਵੀਜ਼ਾ ਜਿਹੜਾ ਰਿਵੋਕ ਕਰ ਸਕਦੇ ਹੈਗੇ, ਰਾਈਟ। तो ਉਹਦੇ ਪਿੱਛੇ ਇਸ ਕੇਸ ਨੂੰ ਪੂਰੀ ਅੰਡਰਸਟੈਂਡਿੰਗ ਤੋਂ ਬਾਅਦ ਦੁਬਾਰਾ ਫਿਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਔਰ ਇਹ ਜੋ ਵੀ ਕੀ ਫਾਈਂਡਿੰਗਸ ਹੋਣਗੀਆਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਫॉर द टाइम बीइंग ਇਸ ਕੇਸ ਨੂੰ ਸਮਝੋ ਔਰ ਆਪਣੀ ਸਿਚੁਏਸ਼ਨਸ ਵੀ ਸਮਝੋ ਵੀ ਉਹ ਹੋਰ ਕੀ ਮੰਗਣਾ ਚਾਹੁੰਦੇ, ਕੀ ਹੈਗੇ, ਕੀ ਪੋਜੀਸ਼ਨ ਆਪਣੀ ਹੈਗੀ ਹੈ। ਸੋ ਥੈਂਕ ਯੂ ਵੈਰੀ ਮਚ, ਨਾਈਸ ਡੇ।